ਵਾਹਿਗੁਰੂ। ਪਾਠ 15ਵਾਂ। ਖੰਡੂਰ ਸਾਹਿਬ ਦਾ ਤਪਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ। ਖੰਡੂਰ ਸਾਹਿਬ ਇੱਕ ਜੋਗੀ ਸ਼ਿਵਨਾਥ ਰਹਿੰਦਾ ਸੀ। ਲੋਕ ਉਸ ਨੂੰ ਤਪਾ ਕਿਹਾ ਕਰਦੇ ਸਨ। ਉਹ ਜੰਤਰ ਮੰਤਰ ਕਰਦਾ ਤੇ ਲੋਕਾਂ ਵਿੱਚ ਆਪਣੀ ਬਹੁਤ ਵਡਿਆਈ ਕਰਾਉਂਦਾ ਸੀ। ਜੰਤਰ ਮੰਤਰ ਦੇ ਪ੍ਰਭਾਵ ਕਰਕੇ ਲੋਕ ਉਸ ਦੀ ਮੰਨਤਾ ਤੇ ਪੂਜਾ ਕਰਦੇ ਤੇ ਉਸ ਦੀ ਹਰ ਗੱਲ ਮੰਨਦੇ ਸਨ। ਖੰਡੂਰ ਸਾਹਿਬ ਦੇ ਸਾਰੇ ਖਹਿਰੇ ਜੱਟ ਤਪੇ ਦੇ ਸੇਵਕ ਸਨ। ਉਹ ਗੁਰੂ ਜੀ ਦੀ ਸੰਗਤ ਨਹੀਂ ਸਨ ਕਰਦੇ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਤਾਪ ਵੇਖ ਕੇ ਤੇ ਮਹਿਮਾ ਸੁਣ ਕੇ ਤਪਾ ਈਰਖਾ ਕਰਦਾ ਸੀ। ਉਹ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਜੀ ਇੱਥੋਂ ਕੱਢਿਆ ਜਾਵੇ। ਇੱਕ ਸਮੇਂ ਪਰਮੇਸ਼ਰ ਦਾ ਭਾਣਾ ਇਹੋ ਜਿਹਾ ਵਰਤਿਆ ਕਿ ਮੀਂਹ ਪੈਣੋਂ ਹਟ ਗਿਆ। ਭਾਦਰੋਂ ਦੇ ਮਹੀਨੇ ਫਸਲ ਸੁੱਕਣ ਲੱਗੀ। ਸਾਰੇ ਪਿੰਡ ਵਾਸੀ ਚਿੰਤਤ ਹੋ ਕੇ ਸੋਚਣ ਲੱਗੇ, ਸਾਡੇ ਪਰਿਵਾਰਾਂ ਤੇ ਪਸ਼ੂਆਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ। ਇਹ ਸੋਚ ਕੇ ਉਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਗੁਰੂ ਤਪਾ ਬਹੁਤ ਕਰਾਮਾਤ ਰੱਖਦਾ ਹੈ। ਸਾਰੇ ਉਸ ਕੋਲ ਜਾ ਕੇ ਵਰਖਾ ਪਵਾਉਣ ਵਾਸਤੇ ਬੇਨਤੀ ਕਰੀਏ। ਇਹ ਸਲਾਹ ਕਰਕੇ ਸਾਰੇ ਉਸ ਕੋਲ ਗਏ। ਮੱਥਾ ਟੇਕ ਕੇ ਕਿਹਾ, ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਾਡੀ ਬੇਨਤੀ ਪ੍ਰਵਾਨ ਕਰੋ। ਬਹੁਤ ਸਮਾਂ ਹੋ ਗਿਆ ਹੈ, ਮੀਂਹ ਨਹੀਂ ਪਿਆ, ਕਿਰਪਾ ਕਰਕੇ ਮੀਂਹ ਪਵਾਓ। ਜੋਗੀ ਗੁਰੂ ਜੀ ਨੂੰ ਪਿੰਡੋਂ ਕਢਾਉਣ ਦੀ ਵਿਉਂਤ ਬਣਾ ਕੇ ਕਹਿਣ ਲੱਗਾ, ਤੁਹਾਡੇ ਨਗਰ ਵਿੱਚ ਬੜਾ ਅਨਰਥ ਹੋ ਰਿਹਾ ਹੈ। ਇੱਕ ਖੱਤਰੀ ਜਿਸ ਦਾ ਪਹਿਲਾ ਨਾਮ ਲਹਿਣਾ ਸੀ, ਹੁਣ ਉਸ ਨੂੰ ਅੰਗਦ ਕਹਿੰਦੇ ਹਨ। ਉਹ ਗ੍ਰਸਤੀ ਹੋ ਕੇ ਆਪਣੀ ਪੂਜਾ ਕਰ ਰਿਹਾ ਹੈ, ਪੂਜਾ ਕਰਾ ਰਿਹਾ ਹੈ। ਉਸ ਦੇ ਇੱਥੇ ਵਸਣ ਕਰਕੇ ਮੀਂਹ ਨਹੀਂ ਪੈ ਰਿਹਾ। ਜੇ ਤੁਸੀਂ ਉਸ ਨੂੰ ਪਿੰਡੋਂ ਕੱਢ ਦਿਓ ਤਾਂ ਮੀਂਹ ਪੈ ਜਾਵੇਗਾ। ਤਪੇ ਦੀ ਗੱਲ ਸੁਣ ਕੇ ਸਾਰੇ ਗੁਰੂ ਜੀ ਕੋਲ ਆਏ ਤੇ ਕਹਿਣ ਲੱਗੇ, ਸਾਨੂੰ ਤਪੇ ਨੇ ਕਿਹਾ ਹੈ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ। ਤੁਸੀਂ ਇੱਥੋਂ ਚਲੇ ਜਾਓ ਤਾਂ ਮੀਂਹ ਪੈ ਜਾਵੇਗਾ ਤੇ ਸਾਡਾ ਭਲਾ ਹੋ ਜਾਵੇਗਾ। ਗੁਰੂ ਜੀ ਨੇ ਕਿਹਾ, ਅਸੀਂ ਇੱਥੇ ਬਹੁਤ ਸਮੇਂ ਤੋਂ ਰਹਿੰਦੇ ਹਾਂ। ਅੱਗੇ ਨਿਤ ਹੀ ਵਰਖਾ ਹੁੰਦੀ ਰਹੀ ਹੈ। ਜੇ ਹੁਣ ਵਰਖਾ ਨਹੀਂ ਹੋ ਰਹੀ ਤਾਂ ਸਾਡਾ ਕੀ ਕਸੂਰ। ਮਨੁੱਖ ਦੇ ਕਰਮਾਂ ਅਨੁਸਾਰ ਹੀ ਦੁੱਖ ਸੁੱਖ ਮਿਲਦਾ ਹੈ। ਜ਼ਿਮੀਂਦਾਰਾਂ ਨੇ ਕਿਹਾ, ਅਸੀਂ ਤੁਹਾਡਾ ਗਿਆਨ ਨਹੀਂ ਸੁਣਦੇ, ਤੁਸੀਂ ਇੱਥੋਂ ਨਿਕਲ ਜਾਓ, ਨਹੀਂ ਤਾਂ ਤੁਹਾਨੂੰ ਬਾਹੋਂ ਫੜ ਕੇ ਕੱਢ ਦਿਆਂਗੇ। ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਖਾਨ ਰਜਾਦੇ ਪਿੰਡ ਦੇ ਥੇਹ ਤੇ ਝਿੜੀ ਹੈ, ਸਾਡਾ ਪਲੰਗ ਉੱਥੇ ਲੈ ਚੱਲੋ। ਬਾਕੀ ਦਾ ਸਾਰਾ ਸਮਾਨ ਗੱਡਿਆਂ ਤੇ ਲੱਦ ਕੇ ਲੈ ਚੱਲੋ। ਤਪਾ ਸਾਡੇ ਨਾਲ ਅਕਾਰਨ ਹੀ ਈਰਖਾ ਕਰ ਰਿਹਾ ਹੈ। ਜੇ ਸਾਡੇ ਇੱਥੇ ਰਹਿਣ ਕਰਕੇ ਪਿੰਡ ਦੇ ਲੋਕੀ ਦੁਖੀ ਹਨ ਤਾਂ ਅਸੀਂ ਚਲੇ ਜਾਂਦੇ ਹਾਂ। ਸਿੱਖਾਂ ਨੇ ਗੁਰੂ ਜੀ ਦਾ ਪਲੰਗ ਚੁੱਕ ਲਿਆ ਤੇ ਸਾਰੇ ਸਿੱਖ ਗੁਰੂ ਜੀ ਨਾਲ ਉੱਥੇ ਚਲੇ ਗਏ। ਗੁਰੂ ਜੀ ਦੇ ਉੱਥੇ ਡੇਰਾ ਲਾਉਣ ਕਰਕੇ ਜੰਗਲ ਵਿੱਚ ਮੰਗਲ ਹੋ ਗਏ। ਉੱਥੇ ਵੀ ਨਿਤ ਦੀਵਾਨ ਸਜਣ ਲੱਗਾ ਤੇ ਕੀਰਤਨ ਹੋਣ ਲੱਗਾ। ਦਰਸ਼ਨਾਂ ਨੂੰ ਬਹੁਤ ਸੰਗਤ ਆਉਣ ਲੱਗੀ। ਬਾਬਾ ਬੁੱਢਾ ਜੀ ਨੇ ਕਿਹਾ, ਆਪ ਜੀ ਸਾਰਿਆਂ ਨੂੰ ਖਿਮਾ ਕਰਨ ਵਾਲੇ ਹੋ। ਤਪਾ ਆਪ ਜੀ ਨਾਲ ਅਕਾਰਨ ਈਰਖਾ ਕਰਦਾ ਹੈ। ਮਤਹੀਣਿਆਂ ਨੇ ਆਪ ਜੀ ਦੀ ਨਿਰਾਦਰੀ ਕੀਤੀ ਹੈ। ਇਸ ਦਾ ਫਲ ਤਪਾ ਛੇਤੀ ਦੁੱਖ ਭੋਗੇਗਾ। ਆਪ ਸਮਰੱਥ ਹੋ, ਜੋ ਚਾਹੋ ਸੋ ਕਰ ਸਕਦੇ ਹੋ। ਆਪ ਜੀ ਆਪਣਾ ਪ੍ਰਤਾਪ ਕਿਸੇ ਨੂੰ ਨਹੀਂ ਵਿਖਾਉਂਦੇ। ਜਿਵੇਂ ਆਪ ਜੀ ਦਾ ਸੁਭਾਅ ਹੈ ਉਹ ਠੀਕ ਹੈ। ਗੁਰੂ ਜੀ ਦੇ ਉੱਥੇ ਜਾਣ ਤੋਂ 2 ਕੁ ਦਿਨਾਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਖਡੂਰ ਆਏ। ਉਹਨਾਂ ਨੇ ਉੱਥੇ ਗੁਰੂ ਜੀ ਦੇ ਦਰਸ਼ਨ ਨਾ ਹੋਏ ਤਾਂ ਕੋਈ ਸਿੱਖ ਸਿੱਖ ਮਿਲਿਆ। ਆਪ ਜੀ ਨੇ ਕਿਸੇ ਤੋਂ ਪੁੱਛਿਆ ਕਿ ਗੁਰੂ ਜੀ ਤੇ ਸਿੱਖ ਕਿੱਧਰ ਗਏ ਹਨ। ਉਸਨੇ ਕਿਹਾ, ਪਾਪੀ ਤਪੇ ਨੇ ਗੁਰੂ ਜੀ ਨਾਲ ਦੁਸ਼ਟਤਾ ਕੀਤੀ ਹੈ। ਉਸਨੇ ਲੋਕਾਂ ਨੂੰ ਕਿਹਾ ਕਿ ਉਹ ਮੀਂਹ ਪਾਵੇਗਾ ਜਦੋਂ ਗੁਰੂ ਅੰਗਦ ਦੇਵ ਜੀ ਇੱਥੋਂ ਨਿਕਲ ਜਾਣਗੇ। ਤਪੇ ਤੋਂ ਇਸ ਤਰ੍ਹਾਂ ਸੁਣ ਕੇ ਮੂਰਖ ਜ਼ਿਮੀਂਦਾਰ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ, ਤੁਸੀਂ ਇੱਥੋਂ ਨਿਕਲ ਜਾਓ। ਇਸ ਕਰਕੇ ਗੁਰੂ ਜੀ ਇੱਥੋਂ ਚਲੇ ਗਏ
ਮੀਂਹ ਫਿਰ ਵੀ ਨਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਸੋਚਿਆ ਕਿ ਗੁਰੂ ਜੀ ਨਾਲ ਮੰਦੀ ਮਤ ਵਾਲੇ ਤਪੇ ਨੇ ਅਕਾਰਨ ਵੈਰ ਕੀਤਾ ਹੈ। ਸਾਥੋਂ ਗੁਰੂ ਜੀ ਦੀ ਨਰਾਦਰੀ ਸਹਾਰੀ ਨਹੀਂ ਜਾਂਦੀ। ਪੰਚਾਇਤ ਪਾਸ ਜਾ ਕੇ ਕਿਹਾ, ਤੁਹਾਡਾ ਗੁਰੂ ਜੀ ਨੂੰ ਇੱਥੋਂ ਕੱਢ ਕੇ ਕੰਮ ਪੂਰਾ ਹੋਇਆ ਹੈ ਕਿ ਨਹੀਂ? ਜੋ ਜ਼ਿਮੀਂਦਾਰ ਮੀਂਹ ਦੀ ਆਸ ਤੇ ਬੈਠੇ ਸਨ, ਉਹਨਾਂ ਨੇ ਕਿਹਾ, ਹੁਣ ਤੱਕ ਕੋਈ ਮੀਂਹ ਨਹੀਂ ਪਿਆ। ਅਸੀਂ ਮੀਂਹ ਤੋਂ ਦੁਖੀ ਹੋ ਕੇ ਤਪੇ ਦੇ ਆਖੇ ਇਹ ਕੰਮ ਕੀਤਾ ਹੈ। ਜੋ ਸਾਡੇ ਵਾਸਤੇ ਮੀਂਹ ਪਵਾਵੇਗਾ, ਅਸੀਂ ਉਸ ਦੇ ਅਨੁਸਾਰ ਰਹਾਂਗੇ। ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਤਪੇ ਨੂੰ ਆਖੋ ਮੀਂਹ ਪਵਾਵੇ। ਸਾਰਿਆਂ ਨੇ ਤਪੇ ਕੋਲ ਜਾ ਕੇ ਕਿਹਾ, ਤਪਾ ਜੀ, ਅਸੀਂ ਆਪ ਜੀ ਦੇ ਆਖੇ ਗੁਰੂ ਜੀ ਨੂੰ ਇੱਥੋਂ ਕੱਢ ਦਿੱਤਾ ਹੈ, ਮੀਂਹ ਫਿਰ ਵੀ ਨਹੀਂ ਪਿਆ। ਤਪੇ ਨੇ ਗੁੱਸੇ ਨਾਲ ਕਿਹਾ, ਮੇਰੀ ਮੁੱਠੀ ਵਿੱਚ ਮੀਂਹ ਨਹੀਂ ਰੱਖਿਆ, ਜੰਤਰ ਮੰਤਰ ਕਰਕੇ ਤੁਹਾਡੇ ਵਾਸਤੇ ਮੀਂਹ ਪਵਾ ਦਿਆਂਗਾ। ਉਹਨਾਂ ਨੇ ਉਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਨੂੰ ਆ ਕੇ ਦੱਸ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਅਸੀਂ ਮੀਂਹ ਪਵਾ ਦਿਆਂਗੇ, ਪਰ ਸਾਡੀ ਗੱਲ ਮੰਨਣੀ ਪਵੇਗੀ। ਸੂਰਜ ਹੁੰਦੇ ਹੁੰਦੇ ਤਪੇ ਨੂੰ ਜਿਸ ਪੈਲੀ ਵਿੱਚ ਲੈ ਜਾਓਗੇ, ਉਸ ਪੈਲੀ ਵਿੱਚ ਮੀਂਹ ਪੈ ਜਾਵੇਗਾ। ਜਦੋਂ ਤਪਾ ਡੇਰੇ ਤੋਂ ਬਾਹਰ ਨਿਕਲੇਗਾ, ਉਸੇ ਵੇਲੇ ਬੱਦਲ ਹੋ ਜਾਣਗੇ। ਜਦੋਂ ਖੇਤਾਂ ਵਿੱਚ ਜਾਵੇਗਾ, ਉਦੋਂ ਮੀਂਹ ਪੈ ਜਾਵੇਗਾ। ਇਹ ਸੁਣ ਕੇ ਸਾਰੇ ਖੁਸ਼ ਹੋ ਕੇ ਕਹਿਣ ਲੱਗੇ, ਹੁਣੇ ਪਰਤਾਵਾ ਕਰ ਲੈਂਦੇ ਹਾਂ। ਸਾਰਿਆਂ ਨੇ ਤਪੇ ਦੇ ਡੇਰੇ ਜਾ ਕੇ ਕਿਹਾ, ਤਪਾ ਜੀ, ਮੀਂਹ ਨਹੀਂ ਪਿਆ, ਹੁਣ ਆਪ ਜੀ ਚੱਲ ਕੇ ਸਾਡੇ ਖੇਤਾਂ ਵਿੱਚ ਕਿਰਪਾ ਕਰਕੇ ਚਰਨ ਪਾਓ। ਕੀ ਪਤਾ ਤੁਹਾਡੇ ਜਾਣ ਤੋਂ ਮੀਂਹ ਪੈ ਜਾਵੇ ਤੇ ਸਾਡੀ ਕਾਮਨਾ ਪੂਰੀ ਹੋ ਜਾਵੇ। ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਘਰੋਂ ਨਿਕਲ ਕੇ ਖੇਤਾਂ ਵਿੱਚ ਚੱਲੋ, ਅਸੀਂ ਸਾਰੇ ਆਪ ਜੀ ਦੇ ਨਾਲ ਹਾਂ। ਇਸ ਤਰ੍ਹਾਂ ਕਹਿ ਕੇ ਤਪੇ ਨੂੰ ਵਡਿਆ ਕੇ ਬਾਹਰ ਲਿਆਂਦਾ ਤਾਂ ਬੱਦਲ ਹੋ ਗਿਆ। ਸਾਰਿਆਂ ਦੇ ਮਨ ਵਿੱਚ ਵਿਸ਼ਵਾਸ ਹੋ ਗਿਆ ਕਿ ਜੋ ਕੁਝ ਗੁਰੂ ਕੇ ਸਿੱਖ ਨੇ ਕਿਹਾ ਹੈ ਉਹ ਠੀਕ ਹੈ। ਜਦੋਂ ਪੈਲੀ ਵਿੱਚ ਗਏ ਤਾਂ ਮੀਂਹ ਪੈਣ ਲੱਗ ਪਿਆ। ਜਿਸ ਪੈਲੀ ਵਿੱਚ ਤਪੇ ਨੂੰ ਲੈ ਜਾਣ, ਉਸ ਪੈਲੀ ਵਿੱਚ ਮੀਂਹ ਪੈ ਜਾਵੇ। ਥੋੜਾ ਦਿਨ ਹੋਣ ਕਰਕੇ ਤਪੇ ਨੂੰ ਸਾਰੇ ਹੀ ਆਪਣੇ ਆਪਣੇ ਖੇਤਾਂ ਵੱਲ ਖਿੱਚਣ ਲੱਗੇ। ਇਸ ਤਰ੍ਹਾਂ ਖਿੱਚ ਧੂਹ ਵਿੱਚ ਉਹ ਵਿਆਕੁਲ ਹੋ ਗਿਆ ਤੇ ਜੱਟਾਂ ਨੂੰ ਗਾਲਾਂ ਕੱਢਣ ਲੱਗ ਪਿਆ। ਉਸ ਦੀ ਕਿਸੇ ਨੇ ਨਾ ਸੁਣੀ ਤਾਂ ਉਹ ਬੇਹਾਲ ਹੋ ਕੇ ਤੁਰਨ ਤੇ ਬੋਲਣ ਤੋਂ ਵੀ ਰਹਿ ਗਿਆ। ਉਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਜਿੱਥੇ ਜਿੱਥੇ ਇਸ ਦੀ ਹੱਡੀ ਤੇ ਮਾਸ ਵੀ ਬੋਟੀ ਲੈ ਜਾਓਗੇ, ਉੱਥੇ ਉੱਥੇ ਮੀਂਹ ਪੈ ਜਾਵੇਗਾ। ਆਪ ਜੀ ਦੀ ਇਹ ਗੱਲ ਸੁਣ ਕੇ ਉਸ ਨੂੰ ਘਸੀਟ ਕੇ ਲੈ ਜਾਣਾ ਸ਼ੁਰੂ ਕਰ ਦਿੱਤਾ। ਧੂਹੀ ਦਾ ਘਸੀਟੀ ਦਾ ਉਹ ਮਰ ਗਿਆ। ਉਸ ਦੀਆਂ ਲੱਤਾਂ ਬਾਹਾਂ ਤੋੜ ਕੇ ਆਪਣੇ ਆਪਣੇ ਖੇਤਾਂ ਵਿੱਚ ਲੈ ਗਏ ਤੇ ਉੱਥੇ ਉੱਥੇ ਮੀਂਹ ਪੈ ਗਿਆ। ਸਾਰਿਆਂ ਨੇ ਜਾਣਿਆ ਕਿ ਇਹ ਤਪਾ ਪਖੰਡੀ ਸੀ। ਇਸਨੇ ਈਰਖਾ ਕਰਕੇ ਗੁਰੂ ਜੀ ਨੂੰ ਕਢਵਾ ਦਿੱਤਾ ਹੈ। ਗੁਰੂ ਜੀ ਦੇ ਸੇਵਕ ਨੇ ਮੀਂਹ ਪਵਾ ਦਿੱਤਾ ਹੈ। ਸਵੇਰੇ ਜਾ ਕੇ ਗੁਰੂ ਜੀ ਤੋਂ ਖਿਮਾ ਮੰਗਦੇ ਹਾਂ ਤੇ ਉਹਨਾਂ ਨੂੰ ਵਾਪਸ ਆਪਣੇ ਘਰ ਲਿਆਉਂਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਇਹ ਕੌਤਕ ਕਰਕੇ ਪਿੰਡ ਖਾਨ ਰਜਾਦੇ ਗਏ, ਜਿਸ ਦਾ ਨਾਮ ਹੁਣ ਪਿੰਡ ਛਾਪਰੀ ਸਾਹਿਬ ਹੈ, ਤੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਆਪ ਜੀ ਵੱਲ ਪਿੱਛਾ ਕਰ ਲਿਆ। ਗੁਰੂ ਜੀ ਨੇ ਜਾਣ ਲਿਆ ਕਿ ਇਹਨਾਂ ਨੇ ਸ਼ਕਤੀ ਵਿਖਾਈ ਹੈ। ਇਹ ਗੱਲ ਗੁਰੂ ਜੀ ਨੂੰ ਚੰਗੀ ਨਹੀਂ ਲੱਗੀ। ਅਜਰ ਜਰਨ ਦੀ ਸਿੱਖਿਆ ਦੇਣ ਵਾਸਤੇ ਅੰਤਰਜਾਮੀ ਗੁਰੂ ਜੀ ਪਿੱਠ ਦੇ ਕੇ ਬੈਠੇ ਰਹੇ। ਗੁਰੂ ਅਮਰਦਾਸ ਜੀ ਨੇ ਦੂਜੇ ਪਾਸੇ ਹੋ ਕੇ ਮੱਥਾ ਟੇਕਿਆ। ਗੁਰੂ ਜੀ ਤੀਜੇ ਪਾਸੇ ਵੱਲ ਹੋ ਗਏ। ਗੁਰੂ ਅਮਰਦਾਸ ਜੀ ਤੀਜੇ ਪਾਸੇ ਵੱਲ ਹੋਏ। ਗੁਰੂ ਜੀ ਨੇ ਚੌਥੇ ਪਾਸੇ ਵੱਲ ਮੂੰਹ ਕਰ ਲਿਆ। ਫਿਰ ਗੁਰੂ ਅਮਰਦਾਸ ਜੀ ਨੇ ਸਾਹਮਣੇ ਹੋ ਕੇ ਬੇਨਤੀ ਕੀਤੀ, ਹੇ ਪ੍ਰਭੂ ਸਰੂਪ ਗੁਰੂ ਜੀ, ਮੈਨੂੰ ਮਾਫ ਕਰੋ ਤੇ ਅੱਗੇ ਤੋਂ ਸ੍ਰੇਸ਼ਟ ਮਾਰਗ ਦੱਸੋ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ, ਤੁਸੀਂ ਮੀਂਹ ਪਵਾ ਕੇ ਤੇ ਤਪੇ ਨੂੰ ਮਰਵਾ ਕੇ ਆਪਣੇ ਆਪ ਨੂੰ ਵੱਡਾ ਅਖਵਾਇਆ ਹੈ। ਗੁਰੂ ਘਰ ਸਦਾ ਹੀ ਨੀਵਾ ਹੈ, ਇਸ ਵਿੱਚ ਹੰਕਾਰ ਨੂੰ ਥਾਂ ਨਹੀਂ। ਜੋ ਤਪਾ ਪਾਪ ਕਰਦਾ ਸੀ ਤਾਂ ਉਸ ਦਾ ਫਲ ਉਹ ਆਪ ਨਰਕਾਂ ਵਿੱਚ ਭੋਗਦਾ। ਤੁਸੀਂ ਇਸ ਵਿੱਚ ਆਪਾ ਕਿਉਂ ਪ੍ਰਗਟ ਕੀਤਾ?
ਇਹ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਭੁੱਲ ਦੀ ਮੁਆਫੀ ਮੰਗੀ। ਗੁਰੂ ਜੀ ਨੇ ਨਿਰੰਕਾਰ ਦੇ ਭਾਣੇ ਵਿੱਚ ਪ੍ਰਸੰਨ ਰਹਿਣ ਦੀ ਆਗਿਆ ਕੀਤੀ। ਮੀਂਹ ਪੈਣ ਕਰਕੇ ਖੰਡੂਰ ਸਾਹਿਬ ਦੇ ਜ਼ਿਮੀਂਦਾਰ ਬਹੁਤ ਖੁਸ਼ ਹੋਏ। ਆਖਣ ਲੱਗੇ, ਸਾਡੇ ਪਾਸੋਂ ਬਹੁਤ ਗਲਤੀ ਹੋਈ, ਅਸੀਂ ਗੁਰੂ ਜੀ ਦੀ ਮਹਿਮਾ ਨਹੀਂ ਜਾਣੀ। ਜਿਨ੍ਹਾਂ ਦੇ ਸੇਵਕ ਦੇ ਕਹਿਣ ਤੇ ਭਾਰੀ ਬਾਰਿਸ਼ ਹੋਈ ਹੈ, ਫਿਰ ਗੁਰੂ ਜੀ ਤਾਂ ਆਪ ਸ਼ਕਤੀ ਦੇ ਮਾਲਕ ਹੋਣਗੇ। ਸਾਰੇ ਇਕੱਠੇ ਹੋ ਕੇ ਉਹਨਾਂ ਪਾਸ ਜਾ ਕੇ ਆਪਣੀ ਭੁੱਲ ਬਖਸ਼ਾ ਲਈਏ। ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਬਹੁਤ ਸਾਰੀ ਭੇਟਾਂ ਲੈ ਕੇ ਗੁਰੂ ਜੀ ਕੋਲ ਜਾ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ, ਅਸੀਂ ਆਪ ਜੀ ਦਾ ਭੇਦ ਨਹੀਂ ਸੀ ਪਾਇਆ, ਸਾਨੂੰ ਤਪੇ ਨੇ ਭੁਲਾ ਦਿੱਤਾ। ਉਸ ਨਿੰਦਕ ਪਾਪੀ ਨੇ ਆਪਣੀ ਕਰਨੀ ਦਾ ਫਲ ਛੇਤੀ ਪਾ ਲਿਆ। ਅਸੀਂ ਸਾਰੇ ਆਪ ਜੀ ਦੀ ਸ਼ਰਨੀ ਆਏ ਹਾਂ, ਸਾਡੀ ਭੁੱਲ ਬਖਸ਼ ਦਿਓ। ਗੁਰੂ ਜੀ ਨੇ ਕਿਹਾ, ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ। ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਉਹੋ ਜਿਹਾ ਫਲ ਭੋਗਦਾ ਹੈ। ਤੁਹਾਡੇ ਕਹੇ ਅਸੀਂ ਖੰਡੂਰ ਛੱਡ ਦਿੱਤਾ, ਕਿਉਂਕਿ ਸਾਡੇ ਇੱਥੇ ਰਹਿਣ ਕਰਕੇ ਇਹਨਾਂ ਨੂੰ ਦੁੱਖ ਨਾ ਹੋਵੇ। ਅਸੀਂ ਜਿੱਥੇ ਬੈਠ ਜਾਈਏ ਉੱਥੇ ਹੀ ਖੁਸ਼ ਹਾਂ। ਉਦੋਂ ਜ਼ਿਮੀਂਦਾਰਾਂ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਕਹਿਣ ਲੱਗੇ, ਸਾਨੂੰ ਬਖਸ਼ ਦਿਓ, ਅਸੀਂ ਆਪ ਜੀ ਦੀ ਸ਼ਰਨ ਆਏ ਹਾਂ, ਆਪ ਜੀ ਚੱਲ ਕੇ ਖੰਡੂਰ ਵਸੋ। ਗੁਰੂ ਜੀ ਨੇ ਕਿਹਾ, ਸਾਡੇ ਵਿੱਚ ਕੋਈ